ਸੋ ਸਾਡੇ ਪੰਜਾਬ ਦੇ ਅਧਿਆਪਕ ਲਗਾਤਾਰ ਮੱਲਾਂ ਮਾਰ ਰਹੇ ਨੇ, ਖਾਸ ਕਰਕੇ ਪੰਜਾਬ ਦੇ ਸਿੱਖਿਆ ਮਾਡਲ ਨੂੰ ਉੱਚਾ ਚੁੱਕਣ ਲਈ ਸਰਕਾਰਾਂ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਵਾਲੇ ਮੈਥ ਦੇ ਅਧਿਆਪਕ ਜਿਨ੍ਹਾਂ ਵੱਲੋਂ ਪਿਛਲੇ ਸਾਲ ਪੰਜਾਬ ਸਟੇਟ ਅਵਾਰਡ ਪ੍ਰਾਪਤ ਕੀਤਾ ਗਿਆ ਸੀਗਾ, ਹੁਣ ਉਹਨਾਂ ਵੱਲੋਂ ਕੌਮੀ ਪੱਧਰ ਤੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਮਾਲਤੀ ਗਿਆਨਪੀਠ ਅਵਾਰਡ ਨਾਲ ਉਹਨਾਂ ਨੂੰ ਨਵਾਜ਼ਿਆ ਜਾ ਰਿਹਾ ਹੈ। ਸੋ ਜਲਦੀ ਦਿੱਲੀ ਜਾਣਗੇ, 29 ਮਈ ਨੂੰ ਉਹਨਾਂ ਨੂੰ ਇਹ ਅਵਾਰਡ ਮਿਲਣਾ ਹੈ। ਸੋ ਮੈਮ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਆ। ਮੈਮ, ਪੜ੍ਹਾਉਣ ਦਾ ਤਰੀਕਾ ਉਹੀ ਹੈ, ਸਿਲੇਬਸ ਉਹੀ ਹੈ, ਪਰ ਤੁਸੀਂ ਉਹਦੇ ਵਿੱਚੋਂ ਕਿਹੜਾ ਰਾਹ ਚੁਣਿਆ ਕਿ ਬੱਚਿਆਂ ਨੂੰ ਜਿਹੜਾ ਮੈਥ ਸੌਖਾ ਲੱਗਣ ਲੱਗਿਆ? ਜਦੋਂ ਕਿ ਅਸੀਂ ਵੀ ਛੋਟੇ ਸੀ, ਸਾਨੂੰ ਮੈਥ ਬੜਾ ਔਖਾ ਲੱਗਦਾ ਸੀ, ਤੇ ਹੁਣ ਕਿੱਦਾਂ ਤੁਸੀਂ ਉਸ ਨੂੰ ਇੱਦਾਂ ਕਿਹੜੀ ਇਨੋਵੇਸ਼ਨ ਕੀਤੀ ਵੀ ਜਿਹੜਾ ਮੈਥ ਸੌਖਾ ਹੋ ਗਿਆ? ਬੇਸਿਕਲੀ ਬੱਚਿਆਂ ਦੇ ਮਨੋਂ ਅਸੀਂ ਮੈਥ ਦਾ ਡਰ ਜਿਹੜਾ ਹੈ ਉਹ ਖਤਮ ਕਰਨਾ। ਅਸੀਂ ਜੇ ਬੱਚਿਆਂ ਨੂੰ ਮੈਥ ਦੇ ਉਹੀ ਕਨਸੈਪਟਸ ਫਾਰਮੂਲਾਜ਼ ਵਿਜ਼ੂਅਲਾਈਜ਼ ਕਰਾ ਕੇ ਕਰਾ ਦਈਏ ਤਾਂ ਉਹ ਬੱਚਾ ਬੜੀ ਈਜ਼ੀਲੀ ਸਮਝ ਜਾਂਦਾ ਹੈ ਤੇ ਉਹਨੂੰ ਲਾਈਫ ਲੌਂਗ ਯਾਦ ਰਹਿੰਦੇ ਹੈ। ਇਹ ਨਹੀਂ ਹੈ ਕਿ ਜਦ ਤੱਕ ਉਹ ਪੜ੍ਹ ਰਿਹਾ ਹੈ, ਉਹ 6ਵੀਂ ਕਲਾਸ 'ਚ ਹੈ ਤਾਂ ਉਹਨੂੰ 6ਵੀਂ ਦੇ ਫਾਰਮੂਲਾਜ਼ ਯਾਦ ਰਹਿ ਰਹੇ ਹੈ, ਜੇ 7ਵੀਂ 'ਚ ਹੈ ਤਾਂ ਉਹਨੂੰ 7ਵੀਂ ਦੇ ਰਹਿ ਰਹੇ ਹੈ। ਕਿਉਂਕਿ ਮੈਥਸ ਇੱਕ ਇੱਦਾਂ ਦੀ ਤਰ੍ਹਾਂ ਦੀ ਤੁਸੀਂ ਕਹਿ ਲਓ ਬਿਲਡਿੰਗ ਹੈ, ਜੇ ਤੁਸੀਂ ਪਹਿਲੇ ਗਰਾਊਂਡ ਫਲੋਰ ਤਿਆਰ ਕੀਤੀ, ਫਿਰ ਫਰਸਟ, ਫਿਰ ਸੈਕਿੰਡ, ਫਿਰ ਥਰਡ, ਜਿਹੜਾ ਤੁਸੀਂ 6ਵੀਂ 7ਵੀਂ 8ਵੀਂ 'ਚ ਪੜ੍ਹਿਆ ਉਹ ਤੁਹਾਡਾ 9ਵੀਂ 'ਚ ਯੂਜ਼ ਹੋਣਾ, 10ਵੀਂ 'ਚ ਯੂਜ਼ ਹੋਣਾ ਹੈ। ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਪ੍ਰੋਪਰਟੀਜ਼ ਜਾਂ ਫਾਰਮੂਲਾਜ਼ ਸਿਖਾਣੇ ਆ। ਬੇਸਿਕਲੀ ਉਹਨਾਂ ਨੇ ਆਪ ਹੀ ਉਹ ਫਾਰਮੂਲਾਜ਼ ਡਰਾਈਵ ਕਰਨੇ ਆ। ਉਹਨਾਂ ਨੂੰ ਜਦੋਂ ਅਸੀਂ ਡਰਾਈਵ ਕਰਨਾ ਸਿਖਾ ਦਿੰਦੇ ਆ ਤਾਂ ਉਹਨਾਂ ਨੂੰ ਹਮੇਸ਼ਾ ਫॉर ਲਾਈਫ ਲੌਂਗ ਉਹ ਫਾਰਮੂਲਾਜ਼ ਯਾਦ ਰਹਿੰਦੇ ਆ। ਸੋ ਤੁਹਾਨੂੰ ਪਿਛਲੇ ਸਾਲ ਜਿਹੜਾ ਪੰਜਾਬ ਸਟੇਟ ਅਵਾਰਡ ਵੀ ਮਿਲਿਆ ਸੀਗਾ, ਸਰਕਾਰ ਵੱਲੋਂ ਨਵਾਜ਼ਿਆ ਗਿਆ ਸੀ, ਤੇ ਹੁਣ ਦਿੱਲੀ ਜਾ ਰਹੇ ਹੋ, ਕਿਹੜਾ ਅਵਾਰਡ ਹੈ, ਕਿਵੇਂ ਮਿਲਦਾ ਹੈ, ਹੋਰ ਕਿੰਨੇ ਟੀਚਰ ਹੈਗੇ ਜਿਨ੍ਹਾਂ ਨੂੰ ਮਿਲਣ ਜਾ ਰਿਹਾ? ਹਾਂਜੀ, ਪਹਿਲੇ ਸਾਡੇ ਕੋਲ ਦੀ ਲੈਟਰ ਆਈ ਸੀ। ਇਸ ਅਵਾਰਡ ਦਾ ਨਾਮ ਹੈ ਮਾਲਤੀ ਗਿਆਨਪੀਠ ਪੁਰਸਕਾਰ। ਤੇ ਸਭ ਤੋਂ ਪਹਿਲਾਂ ਅਸੀਂ ਆਪਣਾ ਕੇਸ ਬਣਾ ਕੇ ਭੇਜਿਆ ਸੀ, ਜਿੰਦੇ ਵਿੱਚ ਅਸੀਂ ਸਾਰਾ ਕੁਝ ਸ਼ੋਅ ਕੀਤਾ ਕਿ ਅਸੀਂ ਹਾਲੇ ਤੱਕ ਆਪਣੇ ਟੀਚਿੰਗ ਐਕਸਪੀਰੀਅੰਸ 11 ਸਾਲਾਂ 'ਚ ਕੀ ਕੰਮ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਸ਼ਾਰਟਲਿਸਟ ਕਰਕੇ ਕੈਂਡੀਡੇਟਸ ਨੂੰ ਚੰਡੀਗੜ੍ਹ ਬੁਲਾਇਆ। ਉੱਥੇ ਸਾਡਾ ਰਿਟਨ ਐਗਜ਼ਾਮ ਹੋਇਆ। ਰਿਟਨ ਐਗਜ਼ਾਮ 2 ਸੀਗੇ, ਇੱਕ ਜੀਕੇ, ਜਿੰਦੇ 'ਚ ਉਹਨਾਂ ਨੇ ਸਭੀ ਟੀਚਰਸ ਦਾ ਕਾਮਨ ਜੀਕੇ ਦਾ ਟੈਸਟ ਲਿਆ ਤੇ ਉਹਨਾਂ ਨੇ ਟੀਚਰਸ ਦੀ ਜਨਰਲ ਨੌਲੇਜ ਚੈੱਕ ਕੀਤੀ। ਦੂਜਾ ਐਗਜ਼ਾਮ ਸੀ ਸਾਡਾ ਸਬਜੈਕਟ ਦਾ, ਲਾਈਕ ਜੇ ਮੈਂ ਮੈਥਮੈਟਿਕਸ ਦੀ ਹਾਂ ਤਾਂ ਮੇਰਾ ਮੈਥਸ ਦਾ ਹੋਇਆ, ਜੇ ਕੋਈ ਇੰਗਲਿਸ਼ ਦਾ ਹੈ ਤਾਂ ਉਹਨਾਂ ਦਾ ਇੰਗਲਿਸ਼ ਦਾ ਹੋਇਆ। ਤੇ ਉਹਦੇ ਨਾਲ ਜਿੱਦਾਂ ਪ੍ਰੈਕਟੀਕਲ ਤੋਂ ਬਾਅਦ ਵਾਈਵਾ ਐਗਜ਼ਾਮ ਹੁੰਦਾ, ਓਰਲ ਕੁਐਸਚਨਸ ਪੁੱਛੇ ਜਾਂਦੇ ਹੈ, ਸਾਡਾ ਉਹ ਵਾਲਾ ਹੋਇਆ। ਤੇ ਆਫਟਰ ਰਿਟਨ ਐਗਜ਼ਾਮ ਜੀਕੇ ਐਂਡ ਸਬਜੈਕਟ ਐਂਡ ਆਫਟਰ ਦੀ ਵਾਈਵਾ ਸਾਡਾ ਜਿਊਰੀ ਇੰਟਰਵਿਊ ਹੋਇਆ, ਜਿੰਦੇ ਵਿੱਚ 10 ਬੰਦਿਆਂ ਦਾ ਪੈਨਲ ਸੀਗਾ ਐਂਡ ਦੇ ਵਰ ਆਲ ਵੈਰੀ ਰਿਨਾਊਂਡ ਪਰਸਨੈਲਿਟੀਜ਼। ਕੋਈ ਇੰਡਸਟਰੀਅਲਿਸਟ ਸੀਗਾ, ਕੋਈ IAS PCS ਆਫਿਸਰ ਸੀਗੇ, ਕੋਈ ਜੱਜਸ ਸੀਗੇ, ਤੇ ਉਹਨਾਂ ਨੇ ਸਾਡਾ ਜਿਊਰੀ ਇੰਟਰਵਿਊ ਲਿਆ। ਐਂਡ ਆਫਟਰ ਦ ਜਿਊਰੀ ਇੰਟਰਵਿਊ ਉਹਨਾਂ ਨੇ ਔਨ ਦ ਸਪੌਟ ਹੀ ਰਿਜ਼ਲਟਸ ਅਨਾਊਂਸ ਕਰਤੇ। ਉਹਨਾਂ ਨੇ ਆਲ ਓਵਰ ਪੰਜਾਬ ਐਂਡ ਹਰਿਆਣਾ 'ਚੋਂ 5 ਟੀਚਰਸ ਦੀ ਸਿਲੈਕਸ਼ਨ ਕੀਤੀ ਹੈ। ਇੱਕ ਮੈਥਸ ਦੇ ਹੈ, ਇੱਕ ਇੰਗਲਿਸ਼ ਦੇ, 2 ਸਾਇੰਸ ਦੇ ਤੇ ਇੱਕ SST ਦੇ। ਕਹਿ ਸਕਦੇ ਕਿ ਪੰਜਾਬ 'ਚ ਤੁਸੀਂ ਮੈਥਸ ਦੇ ਇਕਲੌਤੇ ਟੀਚਰ ਹੋ? ਹਾਂਜੀ ਹਾਂਜੀ, ਮੈਥਸ ਦੇ ਮੈਨੂੰ। ਅੱਛਾ, ਪੰਜਾਬੀਆਂ ਨੂੰ ਖਾਸ ਕਰਕੇ ਅਸੀਂ ਦੇਖਿਆ ਵੀ ਇੱਕ ਜਿਹੜਾ ਮੈਥਸ ਹੋ ਗਿਆ ਤੇ ਇੱਕ ਇੰਗਲਿਸ਼ ਹੋ ਗਈ, ਉਸ ਤੋਂ ਕਿਤੇ ਨਾ ਕਿਤੇ ਐਲਰਜੀ ਰਹਿੰਦੀ ਹੈ ਮੈਥਸ ਤੋਂ ਦਾ ਖਾਸ ਕਰਕੇ। ਸੋ ਮੈਥਸ ਤੁਸੀਂ ਪੜ੍ਹਾ ਰਹੇ ਹੋ, ਕਿਹੜੀ ਕਲਾਸਿਸ ਨੂੰ ਪੜ੍ਹਾਉਂਦੇ ਰਹੇ ਹੋ ਹੁਣ ਤੱਕ? ਸੋ ਕਿੱਦਾਂ ਦੇ ਤਜਰਬੇ ਰਹੇ ਤੁਹਾਡੇ? ਹਾਂਜੀ, ਮੇਰੇ ਕੋਲ ਮੈਥਸ 6 ਤੋਂ ਲੈ ਕੇ 10th ਤੱਕ ਕਲਾਸਿਸ ਹੈਗੀਆਂ। 6th 7th 8th ਐਂਡ 10th। ਇਸ ਵਾਰੀ ਮੇਰੇ ਕੋਲ 2 ਬੋਰਡ ਕਲਾਸਿਸ ਨੇ, 8th ਐਂਡ 10th। ਐਂਡ ਮੈਨੂੰ ਲੱਗਦਾ ਕਿ ਜੇ ਤੁਹਾਡਾ ਬੱਚਿਆਂ 'ਚ ਤੁਸੀਂ ਇੰਨਾ ਇੰਟਰਸਟ ਪੈਦਾ ਕਰ ਦਿਓ ਕਿ ਉਹ ਸਬਜੈਕਟ ਤੋਂ ਭੱਜਣ ਨਹੀਂ, ਤਾਂ ਸਬਜੈਕਟ ਨੂੰ ਪਿਆਰ ਕਰਨਾ ਸ਼ੁਰੂ ਕਰ ਦੇਣ, ਤਾਂ ਆਪਣੇ ਆਪ ਦਾ ਪਰਪਸ ਇਜ਼ ਸੋਲਵਡ। ਇੱਕ ਵਾਰੀ ਜੇ ਬੱਚਾ ਤੁਹਾਡੇ ਨਾਲ ਜੁੜ ਗਿਆ, ਉਹ ਸਬਜੈਕਟ ਦੇ ਨਾਲ ਜੁੜ ਗਿਆ, ਤੇ ਉਹਦੇ 'ਚੋਂ ਜਿਹੜਾ ਮਨ 'ਚੋਂ ਡਰ ਹੈ ਉਹ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ। ਸਕੂਲ 'ਚ ਤਾਂ ਪੜ੍ਹਾਈ ਰਹੇ ਹੋ, ਫਿਰ ਨਾਲ ਆਨਲਾਈਨ ਕਲਾਸਿਸ ਵੀ ਚੱਲ ਰਹੀਆਂ ਹੈਗੀਆਂ, ਹੋਰ ਵੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ, ਕਿਉਂਕਿ ਮੈਥਸ ਜਿਹੜਾ ਬੇਸਿਕਲੀ ਅੱਜ ਕੱਲ੍ਹ ਤਾਂ ਹਰ ਜਗ੍ਹਾ ਲੋੜ ਹੁੰਦੀ ਹੈ, ਤੇ ਉਹ ਫਿਰ ਕਿੱਦਾਂ ਆਨਲਾਈਨ ਕਿੱਦਾਂ ਸੈਸ਼ਨ ਲੈਂਦੇ ਹੋ? ਹਾਂਜੀ, ਮੈਂ ਵੈਸੇ ਜਦੋਂ ਕੋਵਿਡ ਦਾ ਟਾਈਮ ਪੀਰੀਅਡ ਸੀਗਾ ਤਾਂ ਉਦੋਂ ਆਪਣਾ ਇੱਕ YouTube ਚੈਨਲ ਸ਼ੁਰੂ ਕੀਤਾ ਸੀ, ਦ ਮੈਜਿਕ ਆਫ ਮੈਥਸ ਬਾਏ ਰੁਮਾਨੀ, ਕਿਉਂਕਿ ਉਸ ਟਾਈਮ ਆਨਲਾਈਨ ਦਾ ਜ਼ਿਆਦਾ ਦੌਰ ਚੱਲ ਪਿਆ ਸੀ, ਕਿਉਂਕਿ ਆਫਲਾਈਨ ਸਟੱਡੀਜ਼ ਤਾਂ ਹੋ ਨਹੀਂ ਰਹੀ ਸੀ। ਤੇ ਉਸ ਤੋਂ ਬਾਅਦ ਮੈਨੂੰ ਉਸ YouTube ਚੈਨਲ ਦਾ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ, ਤੇ ਸਟੇਟ ਅਵਾਰਡ ਮਿਲਣ ਤੋਂ ਬਾਅਦ ਵੀ ਉਹਦੇ 'ਚ ਬਹੁਤ ਵਧੀਆ ਰਿਸਪੌਂਸ ਮਿਲਿਆ। ਤੇ ਮੇਰੇ ਕੋਲ ਅਲੱਗ-ਅਲੱਗ ਸ਼ਹਿਰਾਂ ਤੋਂ, ਬਠਿੰਡਾ ਤੋਂ, ਪਟਿਆਲਾ ਤੋਂ, ਅਲੱਗ-ਅਲੱਗ ਜਗ੍ਹਾ ਤੋਂ ਮੈਨੂੰ ਫੋਨ ਆਏ ਐਂਡ ਦੇ ਆਸਕਡ ਮੀ ਫॉर ਦੀ ਆਨਲਾਈਨ ਕਲਾਸਿਸ। ਪਰ ਬਿਕੋਜ਼ ਆਫ ਦੀ ਤੁਸੀਂ ਕਹਿ ਲਓ ਟਾਈਮ ਸ਼ਾਰਟੇਜ ਕਹਿ ਲਓ ਜਾਂ ਕੁਝ ਫੈਮਿਲੀ ਪ੍ਰਾਇੋਰਟੀਜ਼, ਤਾਂ ਮੈਂ ਆਨਲਾਈਨ ਕਲਾਸਿਸ ਨਹੀਂ ਲੈ ਸਕਦੀ। ਪਰ ਮੈਂ ਆਪਣਾ ਜਿਹੜੀ ਵੀ ਐਕਟੀਵਿਟੀਜ਼ ਮੈਂ ਬਣਾਉਂਦੀ ਹਾਂ ਜਾਂ ਵਰਕਸ਼ੀਟ ਸੋਲਵ ਕਰਾਉਂਦੀ ਹਾਂ, ਉਹਨੂੰ ਮੈਂ YouTube ਚੈਨਲ 'ਤੇ ਜ਼ਰੂਰ ਅਪਲੋਡ ਕਰਦੀ ਹਾਂ। ਸਕੂਲ ਪ੍ਰਸ਼ਾਸਨ ਤੇ ਫੈਮਿਲੀ ਪ੍ਰਾਊਡ ਫੀਲ ਕਰ ਰਹੀ ਹੈ? ਬਹੁਤ ਜ਼ਿਆਦਾ।
ਮਤਲਬ ਕਿ ਜਿਸ ਵੀ ਬੰਦੇ ਨੇ ਮੈਨੂੰ ਇਹਦੇ 'ਚ ਗਾਈਡ ਕੀਤਾ, ਚਾਹੇ ਮੇਰੇ ਫਰੈਂਡਸ ਹੈ, ਚਾਹੇ ਮੇਰੇ ਫੈਮਿਲੀ ਹੈ, ਚਾਹੇ ਮੇਰੇ ਕੋਲੀਗ ਹੈ, एवरीवन इज़ वेरी हैप्पी। ਅੱਛਾ, ਅਸੀਂ ਦੇਖਿਆ ਕਿ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਹੋ। ਸਰਕਾਰੀ ਸਕੂਲ ਦੇ ਟੀਚਰ ਨੂੰ ਅਕਸਰ ਮੰਨਿਆ ਜਾਂਦਾ ਹੈ ਕਿ ਉਹ ਬਹੁਤੇ ਐਫਰਟ ਨਹੀਂ ਕਰਦੇ ਕਿਉਂਕਿ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲਦੇ, ਕਿ ਸੈਲਰੀ ਤਾਂ ਆਈ ਜਾਣੀ ਹੈ ਨਾ। ਪਰ ਜ਼ਿਆਦਾਤਰ ਦੇਖਿਆ ਸੀ ਵੀ ਪ੍ਰਾਈਵੇਟ ਸਕੂਲ 'ਚ ਜਾਂ ਪ੍ਰਾਈਵੇਟ ਟੀਚਰ ਉਹਨਾਂ ਦੇ ਬਹੁਤ ਪ੍ਰੈਸ਼ਰ ਹੁੰਦਾ, ਉਹਨਾਂ ਦੇ ਸਟ੍ਰੈਸ ਵੀ ਹੁੰਦਾ ਜ਼ਿਆਦਾ। ਪਰ ਤੁਸੀਂ ਸਰਕਾਰੀ ਟੀਚਰ ਹੋਣ ਦੇ ਬਾਵਜੂਦ ਆਪਣੇ ਕੰਫਰਟ ਜ਼ੋਨ 'ਚੋਂ ਨਿਕਲ ਕੇ ਇਸ ਲੈਵਲ ਤੇ ਪਹੁੰਚੇ ਹੋ, ਸੋ ਲੱਗਦਾ ਹੈ ਕਿ ਇੱਕ ਵੱਡੀ ਉਪਲਬਧੀ ਵੀ ਕਿਤੇ ਨਾ ਕਿਤੇ ਹੈਗੀ ਹੈ। ਮੈਨੂੰ ਲੱਗਦਾ ਕਿ ਇਹ ਗੱਲ ਤਾਂ ਕਹਿਣੀ ਬਿਲਕੁਲ ਹੀ ਗਲਤ ਹੈ ਕਿ ਜਿਹੜੇ ਸਰਕਾਰੀ ਸਕੂਲ ਦੇ ਟੀਚਰਸ ਨੇ ਉਹ ਐਫਰਟ ਨਹੀਂ ਕਰਦੇ। ਅੱਜ ਕੱਲ ਪ੍ਰਾਈਵੇਟ ਸਰਕਾਰੀ ਸਾਰੇ ਇੱਕੋ ਲੈਵਲ ਤੇ ਹੈ ਤੇ ਪ੍ਰਾਈਵੇਟ ਜਾਂ ਸਰਕਾਰੀ 'ਚ ਪੜ੍ਹਾ ਰਹੇ ਹੋ ਦੈਟ ਡਜ਼ਨਟ ਮੈਟਰ ਕਿ ਤੁਸੀਂ ਆਪਣੇ ਪੈਸ਼ਨ ਨੂੰ ਪੂਰਾ ਕਰ ਰਹੇ ਹੋ, ਤੁਸੀਂ ਇੱਕ ਟੀਚਿੰਗ ਕਰ ਰਹੇ ਹੋ, ਕਿ ਤੁਸੀਂ ਆਪਣੀ ਟੀਚਿੰਗ ਜੌਬ ਨੂੰ ਜਸਟੀਫਾਈ ਕਰ ਰਹੇ ਹੋ। ਚਾਹੇ ਤੁਸੀਂ ਪ੍ਰਾਈਵੇਟ ਪੜ੍ਹਾ ਰਹੇ ਹੋ, ਚਾਹੇ ਤੁਸੀਂ ਕਿਸੇ ਕਾਲਜ 'ਚ ਪੜ੍ਹਾ ਰਹੇ ਹੋ, ਚਾਹੇ ਤੁਸੀਂ ਕਿਸੇ ਸਰਕਾਰੀ ਸਕੂਲ 'ਚ ਪੜ੍ਹਾ ਰਹੇ ਹੋ, ਜਿਸ ਵੀ ਜੌਬ ਵਾਸਤੇ ਤੁਹਾਨੂੰ ਅਪਾਇੰਟ ਕੀਤਾ ਗਿਆ, ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਕਿ ਤੁਸੀਂ ਉਹਨੂੰ ਦਿਲੋਂ ਕਰ ਰਹੇ ਹੋ, ਕਿ ਤੁਸੀਂ ਉਹਨੂੰ ਪੈਸ਼ਨੇਟਲੀ ਕਰ ਰਹੇ ਹੋ। ਜੇ ਤੁਸੀਂ ਪੈਸ਼ਨੇਟਲੀ ਕਰ ਰਹੇ ਹੋ ਫਿਰ ਤੁਸੀਂ ਜਿਹੜੀ ਮਰਜ਼ੀ ਫੀਲਡ 'ਚ ਹੋ ਤੁਸੀਂ ਐਕਸੈਲ ਕਰ ਹੀ ਜਾਓਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਮੈਮ। ਸੋ ਇਹ ਸਾਡੇ ਨਾਲ ਰੁਮਾਨੀ ਅਹੂਜਾ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਮੈਥਸ ਨੂੰ ਇੱਕ ਵੱਖਰੇ ਢੰਗ ਨਾਲ ਪੜ੍ਹਾਉਣਾ ਸ਼ੁਰੂ ਕੀਤਾ, ਖਾਸ ਕਰਕੇ ਬੱਚਿਆਂ ਨੂੰ ਐਗਜ਼ਾਮਪਲਾਂ ਦੇਣੀਆਂ ਸ਼ੁਰੂ ਕੀਤੀਆਂ। ਉਹਨਾਂ ਲਈ ਮੈਥਸ ਨੂੰ ਇੰਨਾ ਸੌਖਾ ਕਰ ਦਿੱਤਾ ਕਿ ਉਹ ਬਹੁਤ ਜਲਦੀ ਜਿਹੜਾ ਪਿਕ ਕਰਨ ਲੱਗ ਗਏ ਬੱਚੇ, ਖਾਸ ਕਰਕੇ ਸਰਕਾਰੀ ਸਕੂਲ ਦੇ ਬੱਚੇ ਜਿਨ੍ਹਾਂ ਲਈ ਬੜੀ ਮੁਸ਼ਕਿਲ ਹੁੰਦੀ ਹੈ ਮੈਥਸ ਸਿੱਖਣਾ, ਕਿਉਂਕਿ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਹੈ ਉਹ ਅਸੀਂ ਦੇਖਿਆ ਕਿ ਸਰਕਾਰੀ ਸਕੂਲਾਂ 'ਚ ਬਹੁਤੇ ਜ਼ਿਆਦਾ ਐਫਰਟ ਪਹਿਲਾਂ ਨਹੀਂ ਕਰਦੇ ਸੀਗੇ। ਪਰ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜੇ ਨਾ ਸਿਰਫ ਵਿਦਿਆਰਥੀ ਮੱਲਾਂ ਮਾਰ ਰਹੇ ਨੇ, ਸਗੋਂ ਜਿਹੜੇ ਟੀਚਰ ਨੇ, ਅਧਿਆਪਕ ਨੇ, ਉਹ ਵੀ ਨਵੇਂ-ਨਵੇਂ ਢੰਗ ਅਪਣਾ ਰਹੇ ਨੇ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕੀਤਾ ਜਾ ਸਕੇ। ਇਹੀ ਕਾਰਨ ਹੈ ਕਿ ਰੂਪਾਨੀ ਜੀ ਨੂੰ ਜਿਹੜਾ ਪੰਜਾਬ ਸਟੇਟ ਅਵਾਰਡ ਨਾਲ ਨਵਾਜ਼ਿਆ ਗਿਆ ਤੇ ਹੁਣ ਮਾਲਤੀ ਗਿਆਨਪੀਠ ਪੁਰਸਕਾਰ ਉਹਨਾਂ ਨੂੰ ਮਿਲਣ ਜਾ ਰਿਹਾ। ਵਰਿੰਦਰ ਸਿੰਘ ਥਿੰਦੀ, ਟੀਵੀ ਭਾਰਤ, ਲੁਧਿਆਣਾ।